नमस्कार जी। चंद परदेसी चैनल के सारे दर्शकों को मेरी यानी चंद्र नागपाल की प्यार भरी नमस्कार। सो अज असी तुहानू लैके आए हाँ किसानों लिए एक विशेष प्रोग्राम के अधीन बागवानी डिपार्टमेंट के विच, जिथे असी गल करांगे कि की स्कीमां गौरमेंट वालों उपलब्ध ने, क्योंकि स्कीमां तो बहुत सारिया ने, बट असी जो मौके दे अज का टाइम के हिसाब नाल जिस चीज़ की सबसिडी मिल सकती है, जो प्लान स्टार्ट हो सकते हैं, उन्होंने स्कीमां बारे लैके चलते हैं तुहानू बागवानी डिपार्टमेंट के विच आम खास बाग सरहंद। सो नमस्कार मैम। सब तो पहला साढ़े चंद परदेसी के दर्शक जो तुहानू लाइव देख रहे हैं, उन्होंने लिए तुसीं की कहना चाहोगे की तुहाडे वल्लों स्कीमां यानी तुहाडे डिपार्टमेंट वल्लों स्कीमां हैगियां उसके बारे में कुछ जानकारी। मैं रमनदीप कौर, हार्टिकल्चर डिवेलपमेंट ऑफिसर सरहंद। सो हार्टिकल्चर डिपार्टमेंट वालों मैं दसना चाहूँगी कि साड़ियाँ कुछ कुछ स्कीम्स ने जो हार्टिकल्चर नूं प्रफुल्लित करन लई फार्मर्स नूं हैल्प कर रही ने। ਉਹਦੇ ਵਿੱਚ मैं अज तुहानूं दसूँगी खुंबां दी खेती बारे। ऑर्गैनिक खेती जे आपां करना चाਹੁੰਦੇ हैं कि ਉਹਦੇ ਵਿੱਚ ਜਿਹੜੀ सरकार हैगी की सबसिडी प्रोवाइड कर रही है, एंड बी कीपिंग बारे दसूँगी ਇਹਦੇ ਵਿੱਚ। सो सब तो पहलों जे आपां बी कीपिंग की गल करिए, मधु मक्खी पालन जिन्हों असीं कहने आ, ਉਹਦੇ ਵਿੱਚ दो स्कीम्स ने। ਇਹਦੇ ਵਿੱਚ नैशनल हार्टिकल्चर मिशनस ਦੇ ਵਿੱਚ स्कीम है ਜਿਹੜੀ बेसिक स्कीम है। एक न्यू स्कीम आई है लास्ट ईयर, वो हैगी है नैशनल बी कीपिंग मिशन। ਜਿਹੜਾ ਤਾਂ ਹੈਗਾ ਆਪਣਾ ਨੈਸ਼ਨਲ ਹਾਰਟੀਕਲਚਰ ਮਿਸ਼ਨ, ਇਹਦੇ ਵਿੱਚ ਆਪਣੀਆਂ ਸਾਰੀਆਂ ਸਬਸਿਡੀਜ਼ ਇਨਕਲੂਡ ਹੁੰਦੀਆਂ ਨੇ, ਲਾਈਕ ਮਸ਼ੀਨਰੀ ਹੋ ਗਈ, ਪਲਾਂਟੇਸ਼ਨ ਹੋ ਗਈ, ਆਪਣੀ ਖੁੰਬਾਂ ਦੀ ਹੋ ਗਈ, ਆਰਗੈਨਿਕ ਹੋ ਗਈ, ਜਾਂ ਫਿਰ ਕੋਲਡ ਚੇਨ ਦੀਆਂ ਸਬਸਿਡੀਜ਼। ਬਟ ਜਿਹੜੀ ਨੈਸ਼ਨਲ ਬੀ ਕੀਪਿੰਗ ਐਂਡ ਹਾਰਟੀਕਲਚਰ ਮਿਸ਼ਨ ਹੈਗਾ, ਇਹਦੇ ਵਿੱਚ ਸਿਰਫ ਆਪਾਂ ਬੀ ਕੀਪਿੰਗ ਜਾਂ ਬੀ ਕੀਪਰਸ ਦੀ ਜਿਹੜੀ ਹੈਗੀ ਆ ਰਜਿਸਟ੍ਰੇਸ਼ਨ ਜਾਂ ਆਲ ਓਵਰ ਉਹਨਾਂ ਦਾ ਜਿਹੜਾ। ਸੋ ਸਭ ਤੋਂ ਪਹਿਲਾਂ ਅਸੀਂ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਅੰਡਰ ਗੱਲ ਕਰਾਂਗੇ ਬੀ ਕੀਪਿੰਗ ਦੀ। ਸੋ ਇਹਦੇ ਵਿੱਚ ਕੀ ਹੈ ਕਿ ਜੇ ਅਸੀਂ ਬੇਸਿਕ ਜੇ ਕੋਈ ਫਾਰਮਰ ਪਹਿਲੀ ਵਾਰ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਨੂੰ 50 ਬਕਸਿਆਂ ਤੋਂ ਹੀ ਸ਼ੁਰੂ ਕਰਨਾ ਚਾਹੀਦਾ, ਬਿਕੋਜ਼ ਇਹ ਹਰ ਜਿਹੜਾ ਲੋਟ ਨੰਬਰ ਹੈ ਉਹਦੇ ਅਧੀਨ 50 ਬਕਸੇ ਜਿਹੜੇ ਉਹ ਮਿਲਦੇ ਹੈਗੇ ਨੇ। ਇਹਦੇ ਵਿੱਚ ਜਿਹੜਾ ਪਰ ਬਕਸਾ ਖਰਚਾ ਤੁਹਾਡਾ 2000 ਰੁਪਇਆ ਆ ਜਾਂਦਾ, ਤੇ ਜਿਹੜੇ 50 ਬਕਸਿਆਂ ਤੇ ਤੁਹਾਨੂੰ 40% ਸਬਸਿਡੀ ਮਿਲਦੀ। ਇਹਦੇ ਵਿੱਚ ਜਿਹੜੀ ਸਬਸਿਡੀ ਹੈ ਉਹ ਕੱਟ ਕੇ 2000 ਰੁਪਏ ਖਰਚਾ ਆਉਂਦਾ ਜਾਂ ਟੋਟਲ 2000 ਰੁਪਏ ਖਰਚਾ? ਨਹੀਂ, ਇਹਦੇ ਵਿੱਚ ਫਾਰਮਰ ਨੇ ਐਵੇਂ ਕਰਨਾ ਹੈ, ਪਹਿਲਾਂ ਆਪਣਾ ਲੋਟ ਨੰਬਰ ਲੈਣਾ ਹੈਗਾ ਸਾਡੇ ਡਿਪਾਰਟਮੈਂਟ ਤੋਂ। ਫੋਰ ਐਗਜ਼ਾਮਪਲ ਜਦੋਂ ਅਸੀਂ ਉਹਨੂੰ ਲੋਟ ਨੰਬਰ ਦੇਤਾ, ਉਸ ਲੋਟ ਨੰਬਰ ਦੇ ਵਿੱਚ ਉਹਨੂੰ 50 ਬਕਸੇ ਲੈਣੇ ਹੀ ਪੈਣੇ ਆ ਬੇਸਿਕ ਸ਼ੁਰੂ ਤੋਂ। ਫਿਰ ਉਹ ਬਕਸਿਆਂ ਦਾ ਖਰਚਾ ਜਾਂ ਉਹਦੀ ਜੋ ਵੀ ਇੰਸਟਾਲਮੈਂਟ ਦਾ ਉਹ ਆਪ ਕਰੂਗਾ। ਉਸ ਤੋਂ ਬਾਅਦ ਉਹਦੀ ਇੰਸਪੈਕਸ਼ਨ ਹੋਊਗੀ ਤੇ ਉਹਨਾਂ ਤੇ ਕੇਸ ਜਿਹੜਾ ਅਸੀਂ ਅੱਗੇ ਭੇਜਾਂਗੇ। ਐਂਡ ਦੈਨ ਮਤਲਬ ਜੋ ਇੱਕ ਕਿਸਾਨ ਨੂੰ ਖਰਚ ਕਰਨਾ ਪੈਣਾ ਉਹ 50 ਬਕਸਿਆਂ ਦੇ ਟੋਟਲ ਕਿੰਨਾ ਖਰਚ ਹੋਏਗਾ? ਪਰ ਬਕਸਾ 2000 ਖਰਚਾ ਹੋ ਜਾਂਦਾ ਹੈ ਵਿਦ ਕਲੋਨੀ। ਠੀਕ ਹੈ ਜੀ। ਹਾਂਜੀ। ਤੇ ਜਿਹੜੀ ਸਬਸਿਡੀ ਮਿਲਦੀ ਹੈ ਉਹ ਇਸ ਦੇ ਵਿੱਚੋਂ ਬਾਅਦ ਮਿਲਦੀ ਹੈ? ਸਬਸਿਡੀ ਬਾਅਦ ਵਿੱਚ ਮਿਲੂਗੀ। ਜਿੰਨਾ ਵੀ ਖਰਚਾ ਹੋਊਗਾ ਤੁਹਾਡਾ ਉਹਦੇ ਤੇ 40% ਸਬਸਿਡੀ। 40% ਸਬਸਿਡੀ। ਬਹੁਤ ਵਧੀਆ ਜਾਣਕਾਰੀ ਹੈ, ਬਹੁਤ ਵਧੀਆ। किसान इसका लाभ ले सकते हैं जो सरकार की स्कीम है जी। सो अगे जी ਅੱਗੇ ਨੈਕਸਟ ਹੈਗਾ ਨੈਸ਼ਨਲ ਬੀ ਕੀਪਿੰਗ ਐਂਡ ਹਾਰਟੀਕਲਚਰ ਮਿਸ਼ਨ। ਇਹ ਵੀ ਬੀ ਕੀਪਿੰਗ ਲਈ ਹੈ, ਬਟ ਇਹ ਨੈਸ਼ਨਲ ਹਾਰਟੀਕਲਚਰ ਮਿਸ਼ਨ ਤੋਂ ਥੋੜਾ ਅੱਡ ਹੈਗਾ। ਇਹਦੇ ਵਿੱਚ ਜਿਹੜਾ ਬੀ ਕੀਪਰਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਕੀਮ ਬਣਾਈ ਗਈ ਹੈ। ਇਹ ਸਿਰਫ ਹਨੀ ਜਿਹੜੀ ਉਹਦੀ ਕੁਆਲਿਟੀ ਉਹਦੀ ਇੰਪਰੂਵਮੈਂਟ ਲਈ ਬਣਾਈ ਗਈ ਹੈ। ਇਹਦੇ ਵਿੱਚ 3 ਮਿਨੀ ਮਿਸ਼ਨ ਨੇ, ਮਿਨੀ ਮਿਸ਼ਨ 1, ਮਿਨੀ ਮਿਸ਼ਨ 2 ਐਂਡ ਮਿਨੀ ਮਿਸ਼ਨ 3। ਇਹ ਮਿਨੀ ਮਿਸ਼ਨ ਅਲੱਗ-ਅਲੱਗ ਕੀ ਨੇ? ਇਹਦੇ ਵਿੱਚ ਇਹ ਅੱਡ-ਅੱਡ ਸਬਜੈਕਟ ਨੂੰ ਡੀਲ ਕਰਦੇ ਨੇ। ਜਿਵੇਂ ਮਿਨੀ ਮਿਸ਼ਨ 1 ਹੈਗਾ, ਉਹਦੇ ਵਿੱਚ ਅਸੀਂ ਸਿਰਫ ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ ਵੱਲ ਧਿਆਨ ਦਿੰਦੇ ਹਾਂ। ਪ੍ਰੋਡਕਸ਼ਨ ਦੇ ਵਿੱਚ ਆ ਜਾਂਦਾ ਹੈ ਕਿ ਆਪਣਾ ਹਨੀ ਦਾ ਪ੍ਰੋਡਕਸ਼ਨ ਤਾਂ ਤੇ ਉਹਦੀ ਕੁਆਲਿਟੀ ਤਾਂ ਇੰਪਰੂਵ ਕਰਨੀ ਹੀ ਹੈ, ਨਾਲ ਅਸੀਂ ਪੋਲੀਨੇਸ਼ਨ ਇੰਪਰੂਵ ਕਰਨੀ ਹੈ। ਜਿਸ ਫੀਲਡ ਦੇ ਵਿੱਚ ਆਪਾਂ ਲਾਈਕ ਬਕਸੇ ਆ ਜਿਹੜੇ ਮਧੂ ਮੱਖੀ ਨੂੰ ਇੰਸਟਾਲ ਕਰਨਾ, ਉਹ ਬਕਸਿਆਂ ਨੂੰ ਉੱਥੋਂ ਦੀ ਜਿਹੜੀ ਕ੍ਰੌਪ ਹੈ ਉਹਦੀ ਪ੍ਰੋਡਕਟਿਵਿਟੀ ਵੀ ਪੋਲੀਨੇਸ਼ਨ ਦੇ ਨਾਲ ਇਨਕਰੀਜ਼ ਹੋਵੇ। ਸੋ ਮੈਂ ਵਿਚਾਲੇ ਕੱਟ ਰਿਹਾ। ਮੈਂ ਸਭ ਤੋਂ ਪਹਿਲਾਂ ਇਹ ਵੀ ਜਾਣਨਾ ਚਾਹੁੰਦਾ ਕਿ ਅਗਰ ਜਿਹਨੇ ਬੀ ਕੀਪਿੰਗ ਕਰਨੀ ਹੈ ਸਟਾਰਟ, ਉਸ ਨੂੰ ਕੋਈ ਟ੍ਰੇਨਿੰਗ ਵਗੈਰਾ ਵੀ ਤੁਹਾਡੇ ਵੱਲੋਂ ਦਿੱਤੀ ਜਾਂਦੀ? ਜੀ, ਇਹ ਟ੍ਰੇਨਿੰਗ ਹੈ ਜਿਹੜੀ ਉਹ ਸਾਡੇ ਡਿਪਾਰਟਮੈਂਟ ਵੱਲੋਂ ਨਹੀਂ ਦਿੱਤੀ ਜਾਂਦੀ। ਜਦੋਂ ਵੀ ਉਹਨਾਂ ਨੇ ਕੋਈ ਕੰਮ ਬੇਸਿਕ ਜਿਹੜਾ ਬੀ ਕੀਪਿੰਗ ਦਾ ਸ਼ੁਰੂ ਕਰਨਾ ਹੈ, ਉਹਦੇ ਲਈ ਉਹਨਾਂ ਨੂੰ ਬੇਸਿਕ ਟ੍ਰੇਨਿੰਗ ਲੈਣੀ ਪੈਣੀ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਯੂਨੀਵਰਸਿਟੀ ਦੇ ਰਿਸਰਚ ਸਟੇਸ਼ਨ ਤੋਂ। ਸੋ ਉਹ ਜਿਹੜੀ ਟ੍ਰੇਨਿੰਗ ਹੈ ਉਸ ਤੋਂ ਬਾਅਦ ਕਿਸੇ ਵੀ ਟ੍ਰੇਨਿੰਗ ਤੋਂ ਬਿਨਾਂ ਤਾਂ ਕੋਈ ਕੰਮ ਸਕਸੈਸ ਨਹੀਂ। ਬਿਲਕੁਲ। ਸੋ ਇਹ ਥੋੜਾ ਜਿਹਾ ਟੈਕਨੀਕਲ ਕੰਮ ਵੀ ਹੈ। ਬੀਜ਼ ਨੂੰ ਹੈਂਡਲ ਕਰਨਾ ਇੱਕ ਸਿੰਪਲ ਮਤਲਬ ਲੇਮੈਨ ਤੋਂ ਨਹੀਂ ਹੋ ਸਕਦਾ। ਸੋ ਉਹਦੇ ਲਈ ਟ੍ਰੇਨਿੰਗ ਜ਼ਰੂਰੀ ਹੈ।
ਸੋ ਇਹਦੇ ਲਈ KVK ਤੋਂ ਆਪਾਂ ਟ੍ਰੇਨਿੰਗ ਲੈ ਸਕਦੇ ਹਾਂ। ਟ੍ਰੇਨਿੰਗ ਤੋਂ ਬਾਅਦ ਇੱਕ ਸਰਟੀਫਿਕੇਟ ਉਸ ਦੇ ਜਨਰੇਟ ਵਾਸਤੇ ਵੀ ਕੋਈ ਤੁਸੀਂ ਮੈਂਸ਼ਨ ਕਰਦੇ ਹੋ ਉਹਨਾਂ ਨੂੰ, ਜਾਂ ਡਾਇਰੈਕਟ ਜਾ ਕੇ ਉੱਥੇ ਟ੍ਰੇਨਿੰਗ ਨਹੀਂ। ਲੈ ਸਕਦੇ? ਉਹਨਾਂ ਦੀਆਂ ਸੀਜ਼ਨ ਦੇ ਵਿੱਚ 2 ਜਾਂ 3 ਇੱਕ ਸਾਲ ਦੇ ਵਿੱਚ ਟ੍ਰੇਨਿੰਗਸ ਹੁੰਦੀਆਂ ਨੇ, ਉਹਦੇ 'ਚ ਫਾਰਮਰ ਅਪਲਾਈ ਕਰ Directly ਜਾ ਸਕਦਾ, ਸਕਦਾ। ਡਾਇਰੈਕਟਲੀ ਜਾ ਸਕਦਾ। ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਜਨਰੇਟ ਹੋਊਗਾ, ਉਹ ਸਰਟੀਫਿਕੇਟ ਫਿਰ ਸਾਨੂੰ ਮਤਲਬ ਸਬਮਿਟ ਕਰਵਾ ਕੇ ਲੋਟ ਨੰਬਰ ਲੈ ਸਕਦੇ ਆ ਤੇ ਆਪਣੇ ਬੇਸਿਕ ਜਿਹੜਾ ਬੀ ਕੀਪਿੰਗ ਦਾ ਕੰਮ ਹੈ ਇਹ ਸ਼ੁਰੂ ਕਰ ਸਕਦੇ ਆ। ਹਾਂਜੀ। ਤੇ ਮਿਨੀ ਮਿਸ਼ਨ ਦੀ ਗੱਲ ਕਰ ਰਹੇ ਸੀ ਅਸੀਂ। ਸੋ ਮਿਨੀ ਮਿਸ਼ਨ 1 ਦੇ ਵਿੱਚ ਅਸੀਂ ਜਿਹੜਾ ਐਮਫੈਸਿਸ ਹੈਗਾ ਉਹ ਦੇਣਾ ਆਪਾਂ ਪ੍ਰੋਡਕਸ਼ਨ ਐਂਡ ਪ੍ਰੋਡਕਟਿਵਿਟੀ। ਨੋ ਡਾਊਟ ਕਿ ਬੀ ਕੀਪਿੰਗ ਤੇ ਤਾਂ ਦੇਣਾ ਹੀ ਦੇਣਾ, ਪ੍ਰੋਡਕਟਿਵਿਟੀ ਨਾਲ ਕ੍ਰੌਪ ਦੀ। ਜਿਸ ਫੀਲਡ ਦੇ ਵਿੱਚ ਆਪਾਂ ਬਕਸੇ ਇੰਸਟਾਲ ਕੀਤੇ ਆ ਉੱਥੇ ਬੀਜ਼ ਜਾਣਗੀਆਂ ਹਨੀ ਲਈ ਜਾਂ ਨੈਕਟਰ ਲਈ, ਤਾਂ ਆਟੋਮੈਟਿਕਲੀ ਉਸ ਕ੍ਰੌਪ ਦੀ ਪੋਲੀਨੇਸ਼ਨ ਹੋਊਗੀ, ਤਾਂ ਉਹਦੀ ਪ੍ਰੋਡਕਟਿਵਿਟੀ ਉਹਦੀ ਜਿਹੜੀ ਉਹ ਵਧੇਗੀ। ਸੋ ਇਹ ਕੋਲੈਬੋਰੇਟ ਹੋ ਗਿਆ ਫੀਲਡ, ਜਿਸ ਫੀਲਡ 'ਚ ਫਾਰਮਰ ਦੇ ਫੀਲਡ 'ਚ ਇੰਸਟਾਲ ਕੀਤੀਆਂ, ਨਾਲ ਦੀ ਨਾਲ ਉਹਨੂੰ ਵੀ ਫਾਇਦਾ ਹੋ ਰਿਹਾ ਤੇ ਜਿਸ ਫਾਰਮਰ ਨੇ ਇੰਸਟਾਲ ਕਰਵਾਈ ਹੈ ਬਕਸੇ ਉਹਨੂੰ ਵੀ ਕੁਝ ਕੁ ਇਹਦੀ ਟੈਕਨੀਕਲ ਅਸਿਸਟੈਂਸ ਹੈ ਜਿਹੜੀ ਦਿੱਤੀ ਜਾਊਗੀ। ਸੋ ਮਿਨੀ ਮਿਸ਼ਨ 2 ਦੀ ਜੇ ਗੱਲ ਕਰੀਏ ਉਹਦੇ ਵਿੱਚ ਅਸੀਂ ਪੋਸਟ ਹਾਰਵੈਸਟ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਕਿ ਜਦੋਂ ਹਨੀ ਬਣ ਗਿਆ, ਪ੍ਰੋਸੈਸਡ ਬਣ ਗਿਆ, ਉਹਦੀ ਅੱਗੇ ਆਪਾਂ ਕੁਆਲਿਟੀ ਮੇਨਟੇਨ ਕਿਵੇਂ ਰੱਖਣੀ ਹੈ, ਉਹਨੂੰ ਸਟੋਰ ਕਿਵੇਂ ਕਰਨਾ, ਉਹਦੇ ਪੋਸਟ ਹਾਰਵੈਸਟ ਜਿਹੜੇ ਵੀ ਸਟੈਪਸ ਹੈਗੇ ਨੇ ਉਹ ਕਿਵੇਂ ਫੋਲੋ ਕਰਨੇ ਆ। ਸੋ ਜਿਹੜਾ ਮਿਨੀ ਮਿਸ਼ਨ 3 ਦੀ ਜੇ ਗੱਲ ਕਰੀਏ ਇਹ ਫਾਰਮਰ ਜਾਂ ਆਪਣੇ ਡਿਪਾਰਟਮੈਂਟ ਨਾਲ ਰਿਲੇਟਡ ਨਹੀਂ ਹੈ, ਬਿਕੋਜ਼ ਇਹ ਰਿਸਰਚ ਐਂਡ ਟੈਕਨੋਲੋਜੀ ਨਾਲ ਰਿਲੇਟਡ ਹੈ। ਸੋ ਇਹ ਯੂਨੀਵਰਸਿਟੀ ਡੀਲ ਕਰੂਗੀ ਮਿਨੀ ਮਿਸ਼ਨ 3 ਨਾਲ। ਸੋ ਆਪਣਾ ਜਿਹੜਾ ਕੰਮ ਹੈਗਾ ਉਹ ਮਿਨੀ ਮਿਸ਼ਨ 1 ਤੇ ਮਿਨੀ ਮਿਸ਼ਨ 2 'ਚ ਹੈ। ਸੋ ਪ੍ਰੋਡਕਟਿਵਿਟੀ ਐਂਡ ਕੁਆਲਿਟੀ ਹੈ ਜਿਹੜੀ ਪੋਸਟ ਹਾਰਵੈਸਟ ਕੁਆਲਿਟੀ, ਉਹਨੂੰ ਮੇਨਟੇਨ ਕਰਨਗੇ ਦੋਨੇ ਮਿਸ਼ਨ। ਸੋ ਇਹ ਸੀਗੀ ਬੀ ਕੀਪਿੰਗ ਬਾਰੇ। ਐਕਸਕਿਊਜ਼ ਮੀ, ਮੈਂ ਇੱਕ ਹੋਰ ਕੁਐਸਚਨ ਜੋ ਮੇਰੇ ਦਿਮਾਗ 'ਚ ਆ ਰਿਹਾ ਹੈ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਿਸਾਨ ਨੂੰ ਜ਼ਿਆਦਾ ਬੀ ਕੀਪਿੰਗ ਕਰਨ ਦੇ ਬਾਵਜੂਦ ਕੁਝ ਇੰਨੀ ਜਾਣਕਾਰੀ ਨਹੀਂ ਹੁੰਦੀ। ਮੈਂ ਖੁਦ ਬੀ ਕੀਪਿੰਗ ਦਾ ਕੋਰਸ ਕੀਤਾ, ਬਟ ਉਹਦੇ ਵਿੱਚ ਸਾਨੂੰ ਆਮ ਤੌਰ ਤੇ ਕੀ ਦੱਸਿਆ ਜਾਂਦਾ ਕਿ ਹਨੀ ਦੀ ਪ੍ਰੋਡਕਸ਼ਨ ਔਰ ਉਸ ਦੇ ਨਾਲ ਜਿਹੜੀ ਵੈਕਸ ਦੀ ਪ੍ਰੋਡਕਸ਼ਨ, ਦੋ ਹੀ ਚੀਜ਼ਾਂ ਦੱਸੀਆਂ ਜਾਂਦੀਆਂ। ਜਦ ਕਿ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਬੀ ਕੀਪਿੰਗ ਦੇ ਵਿੱਚ 6 ਪ੍ਰੋਡਕਟ ਮਿਲਦੀਆਂ ਨੇ। ਹਾਂਜੀ ਬਿਲਕੁਲ। ਉਹਨਾਂ ਬਾਰੇ ਕੀ ਕੁਛ ਸਾਨੂੰ ਸਰਕਾਰੀ ਤੌਰ ਤੇ ਕੀ ਫਾਇਦਾ? ਦੇਖੋ ਜੀ, ਜੇ ਤਾਂ ਫਾਰਮਰ ਬਿਲਕੁਲ ਹੀ ਬੇਸਿਕ ਤੋਂ ਸ਼ੁਰੂ ਕਰ ਰਿਹਾ ਤਾਂ ਅਸੀਂ ਉਹਨੂੰ ਰਿਕਮੈਂਡ ਨਹੀਂ ਕਰਦੇ ਕਿ ਉਹ ਵੈਕਸ ਜਾਂ ਫਿਰ ਰਾਇਲ ਜੈਲੀ, ਜਿਵੇਂ ਆਪਾਂ ਪ੍ਰੋਪੈਲਿਸ, ਬੀ ਪੋਲਨ, ਇਹ ਸਾਰੇ ਪ੍ਰੋਡਕਟਸ ਹੈਗੇ ਨੇ। ਬਟ ਜਿਵੇਂ ਹੁਣ ਫਾਰਮਰ 50 ਬਾਕਸ ਤੋਂ ਸ਼ੁਰੂ ਕਰ ਰਿਹਾ, ਉਹਦੇ ਕੋਲ ਇੰਨਾ ਸਟਾਫ ਵੀ ਨਹੀਂ ਹੈ, ਤਾਂ ਰਾਇਲ ਜੈਲੀ ਫੋਰ ਐਗਜ਼ਾਮਪਲ ਤੁਸੀਂ ਲੈਣਾ ਚਾਹੁੰਦੇ ਹੋ ਵਿਦ ਹਨੀ, ਤਾਂ ਇੱਕ ਬਹੁਤ ਹੀ ਜ਼ਿਆਦਾ ਟੈਕਨੀਕਲ ਕੰਮ ਹੈ, ਬਹੁਤ ਹੀ ਜ਼ਿਆਦਾ ਲੇਬਰ ਦੀ ਲੋੜ ਹੈ, ਇੰਸਟਰੂਮੈਂਟਸ ਦੀ ਲੋੜ ਹੈ। ਸੋ ਇਹ ਸਾਰਾ ਕੁਝ ਇੱਕ ਵਾਰੀ ਬੇਸਿਕ ਤੋਂ ਸ਼ੁਰੂ ਕਰਕੇ ਫਾਰਮਰ ਨਹੀਂ ਹੈਂਡਲ ਕਰ ਸਕਦਾ, ਬਿਕੋਜ਼ ਓਬਵੀਅਸਲੀ ਉਹਨੂੰ ਖਰਚਾ ਹੈ। ਇਹ ਕਹਿੰਦਾ ਇਹ ਹੈਗਾ ਕਿ ਜਦੋਂ ਉਹ ਸਟਾਰਟ ਕਰਦਾ ਤਾਂ ਉਹ ਸ਼ਹਿਦ ਤੋਂ ਹੀ ਸਟਾਰਟ ਕਰੇ, ਹੌਲੀ ਹੌਲੀ ਉਸ ਨੂੰ ਵੈਕਸ ਜਾਂ ਹੋਰ ਜਿਹੜੇ ਪ੍ਰੋਡਕਟਸ ਹੈਗੇ, ਜੈਲੀ ਵਗੈਰਾ, ਸੁਪਰ ਜੈਲੀ ਜਾਂ ਹੋਰ 5-6 ਪ੍ਰੋਡਕਟ ਹੈਗੇ ਜੋ ਉਹ ਹੌਲੀ ਹੌਲੀ ਉਸ ਦੇ ਵੱਲ ਸਟੈਪ ਬਾਈ ਸਟੈਪ ਵੱਧ ਸਕਦਾ। ਹਾਂਜੀ, ਜੇ ਕੋਈ ਟੈਕਨੀਕਲ ਹੈਗਾ ਸ਼ੁਰੂ ਤੋਂ ਵੱਡੇ ਲੈਵਲ ਤੇ ਕੰਮ ਕਰ ਰਿਹਾ ਤਾਂ ਉਹ ਅੱਗੇ ਰਾਇਲ ਜੈਲੀ ਜਾਂ ਬੀ ਬਰੀਡਿੰਗ ਦਾ ਕੰਮ ਵੀ ਕਰ ਸਕਦਾ, ਬੀ ਪੋਲਨ ਦਾ। ਬਟ ਜਿਵੇਂ ਕਿਸੇ ਨੇ ਫਸਟ ਟਾਈਮ ਸ਼ੁਰੂ ਕਰਨਾ ਤਾਂ ਉਹ ਰਾਇਲ ਜੈਲੀ ਹੈ ਇਹਦੀ ਪ੍ਰੋਡਕਸ਼ਨ ਲਈ ਬਿਨਾ ਲੇਬਰ ਜਾਂ ਟੈਕਨੀਕਲ ਲੇਬਰ ਐਂਡ ਇੰਸਟਰੂਮੈਂਟਸ ਤੋਂ ਬਿਨਾ ਨਹੀਂ ਕਰ ਸਕਦਾ। ਸੋ ਥੋੜੀ ਜਿਹੀ ਵੱਡੀ ਸਕਿੱਲ ਤੇ ਚਲਾ ਜਾਂਦਾ ਹੈ ਔਰ ਐਕਸਪੀਰੀਅੰਸ ਹੋ ਜਾਂਦਾ, ਉਹਨੂੰ ਐਕਸਪੀਰੀਅੰਸ ਗੇਨ ਕਰਨ ਤੋਂ ਬਾਅਦ ਉਹ ਐਕਸਟਰਾ ਇਨਕਮ ਵੀ ਉਸ ਤੋਂ ਲੈ ਸਕਦਾ। ਬਿਲਕੁਲ ਬਿਲਕੁਲ। ਇਹਦੇ ਵਿੱਚ ਬੀ ਪੋਲਨਸ ਨੇ ਜਿਹੜੇ ਕਾਫੀ ਟ੍ਰੈਂਡ 'ਚ ਨੇ ਹੁਣ, ਲੋਕ ਫੋਲੋ ਕਰਦੇ ਆ, ਜਿਹੜੇ ਕਿ ਬਿਕੋਜ਼ ਪ੍ਰੋਟੀਨ ਦਾ ਸੋਰਸ ਹੈਗੇ ਆ। ਰਾਇਲ ਜੈਲੀ ਇੱਕ ਐਂਟੀਆਕਸੀਡੈਂਟ ਦਾ ਕੰਮ ਕਰਦਾ, ਐਂਟੀ ਏਜਿੰਗ ਹੈਗਾ। ਸੋ ਅੱਜ ਕੱਲ੍ਹ ਬਹੁਤ ਕਾਸਮੈਟਿਕਸ ਦੇ ਵਿੱਚ ਵੀ ਇਹਦੀ ਬਹੁਤ ਡਿਮਾਂਡ ਹੈਗੀ ਹੈ, ਹੈਲਥ ਵਾਈਜ਼ ਬਹੁਤ ਗੁੱਡ ਹੈ ਹਨੀ ਦੇ ਪ੍ਰੋਡਕਟ। ਸੋ ਦੈਟਸ ਵਾਈ ਕਿ ਇਹਨੂੰ ਜ਼ਿਆਦਾ ਉਸ ਤੋਂ ਬਾਅਦ ਹਨੀ ਤੋਂ ਹੋਰ ਵੀ ਪ੍ਰੋਡਕਟ ਬਣਦੇ ਨੇ। ਅਗਰ ਉਹ ਕਿਸਾਨ ਸਮਰੱਥ ਹੈਗਾ, ਨੌਲੇਜ ਰੱਖਦਾ ਹੈ, ਹੌਲੀ ਹੌਲੀ ਅੱਗੇ ਵੱਧਦਾ ਹੈ, ਮਤਲਬ ਇਹ ਇੱਕ ਫਸਟ ਸਟੈਪ ਬੀ ਕੀਪਿੰਗ ਦਾ ਹੈਗਾ ਜਿਹੜਾ ਸ਼ਹਿਦ ਵਾਸਤੇ ਹੀ ਹੈ, ਹਨੀ ਵਾਸਤੇ। ਬਿਲਕੁਲ। ਸੋ ਮੈਡਮ, ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਤਾਂ ਹੈ ਸਾਡੇ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਜੇ ਬੀ ਕੀਪਿੰਗ ਦਾ ਕੰਮ ਕਰਨਾ ਚਾਹਣ ਥੋੜੀ ਜਗ੍ਹਾ ਦੇ ਵਿੱਚ ਕੀਤਾ ਜਾ ਸਕਦਾ ਹੈ। ਦੂਜਾ ਨੰਬਰ, ਉਸ ਨੂੰ ਟਾਈਮ ਟੂ ਟਾਈਮ ਚੇਂਜ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਉਸ ਦੀ ਜ਼ਮੀਨ ਦੀ ਦਾ ਹੋਣਾ ਬਹੁਤਾ ਵੱਡਾ ਕੰਮ ਨਹੀਂ ਹੈਗਾ, ਜ਼ਰੂਰਤ ਨਹੀਂ ਹੈਗੀ। ਤੇ ਉਸ ਤੋਂ ਇਲਾਵਾ ਅੱਛੀ ਇਨਕਮ ਇਸ ਤੋਂ ਲੈ ਸਕਦਾ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ ਗਵਰਨਮੈਂਟ ਵੱਲੋਂ ਪੂਰੀ ਹੈਲਪ ਹੈਗੀ ਹੈ। 40% ਤੁਸੀਂ ਦੱਸਿਆ ਸਬਸਿਡੀ ਮਿਲੇਗੀ। ਇਹ ਕਿੰਨੇ ਟਾਈਮ 'ਚ ਮਿਲੇਗਾ? ਇਹ ਫਾਈਨੈਂਸ਼ੀਅਲ ਈਅਰ ਹੈ ਜਿਹੜਾ ਸਾਡਾ ਮਾਰਚ ਤੋਂ ਮਾਰਚ ਤੱਕ ਦਾ ਹੁੰਦਾ ਹੈ। ਸੋ 1 ਸਾਲ ਦੇ ਅੰਦਰ ਅੰਦਰ ਇਹ ਸਬਸਿਡੀ ਪਹਿਲੇ ਸਾਲ 'ਚ ਹੀ ਸਬਸਿਡੀ ਮਿਲ ਜਾਂਦੀ ਹੈ 40%? ਹਾਂਜੀ ਹਾਂਜੀ ਜੀ, ਥੈਂਕ ਯੂ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀਗੇ। ਹਾਂਜੀ,
ਜੇ ਆਰਗੈਨਿਕ ਖੇਤੀ 'ਚ ਕੋਈ ਇੰਟਰਸਟਡ ਹੈਗਾ ਜਾਂ ਫਿਰ ਘਰੇ ਸਬਜ਼ੀਆਂ ਜਾਂ ਕਿਚਨ ਗਾਰਡਨਿੰਗ ਕਰ ਰਿਹਾ ਹੈ, ਉਹਦੇ ਲਈ ਆਪਾਂ ਇਹ ਸੋਚਦੇ ਹਾਂ ਕਿ ਸਪਰੇਅ ਵਗੈਰਾ ਨੂੰ ਅਵੋਇਡ ਕੀਤਾ ਜਾਵੇ, ਸਿੰਥੈਟਿਕ ਖਾਦਾਂ ਨੂੰ ਅਵੋਇਡ ਕੀਤਾ ਜਾਵੇ। ਉਹਦੇ ਲਈ ਅਸੀਂ ਖਾਸ ਕਰਕੇ ਜਿਹੜਾ ਘਰ 'ਚ ਲਗਾਉਂਦਾ ਹੈ ਉਹਨਾਂ ਦਾ ਆਪਣੀ ਫੈਮਿਲੀ ਵਾਸਤੇ ਯੂਜ਼ ਕਰਦਾ ਤਾਂ ਉਹਨੂੰ ਤਾਂ ਹਾਂਜੀ ਬਹੁਤ ਜ਼ਰੂਰੀ ਹੋ ਜਾਂਦਾ ਕਿ ਉਹ ਆਪਣੇ ਜ਼ਹਿਰਾਂ ਤੋਂ ਬਚਾਓ ਕਰੇ। ਸੋ ਜੇ ਸਿੰਥੈਟਿਕ ਖਾਦਾਂ ਤੋਂ ਤੁਸੀਂ ਬਚਣਾ ਚਾਹੁੰਦੇ ਹੋ, ਉਹਦੇ ਲਈ ਆਪਾਂ ਵਰਮੀ ਕੰਪੋਸਟ ਹੈਗਾ, ਜੀ। ਗੰਡੋਇਆ ਖਾਦ ਜਿਹਨੂੰ ਅਸੀਂ ਜੀ। ਕਹਿੰਦੇ ਆ, ਉਹ ਬਹੁਤ ਬੈਨੀਫੀਸ਼ੀਅਲ ਰਹਿੰਦੀ ਹੈ। ਉਹ ਇੰਨੀ ਜ਼ਿਆਦਾ ਮਾਈਕਰੋ ਐਂਡ ਮੈਕਰੋ ਨਿਊਟ੍ਰੀਐਂਟ ਨਾਲ ਇਨਰਿਚ ਹੁੰਦੀ ਹੈ ਕਿ ਉਹ ਤੁਸੀਂ ਮਤਲਬ ਅਪਲਾਈ ਕਰ ਸਕਦੇ ਹੋ। ਸਿੰਥੈਟਿਕ ਖਾਦਾਂ ਫਰਟੀਲਾਈਜ਼ਰਸ ਨੇ ਜਿਹੜੀਆਂ, ਉਹਨਾਂ ਦੀ ਤੁਹਾਨੂੰ ਲੋੜ ਨਹੀਂ ਪੈਂਦੀ। ਇਹ ਗੰਡਵਾ ਖਾਤਾ ਜੇ ਕੋਈ ਕੰਮ ਸ਼ੁਰੂ ਕਰਦਾ ਹੈ ਤਾਂ ਉਹਦੇ ਵਾਸਤੇ ਵੀ ਕੋਈ ਟ੍ਰੇਨਿੰਗ ਤੁਹਾਡੇ ਕੋਲ ਹੈ ਜਾਂ ਉਹ ਵੀ ਕਿਵੇਂ ਆਈ ਕਿ ਤੋਂ ਲੈਣੀ ਪਏਗੀ? ਨਹੀਂ, ਇਹ ਤਾਂ ਇੱਕ ਸਿੰਪਲ ਪ੍ਰੋਸੈਸ ਹੈਗਾ। ਇਹਦੇ ਲਈ ਇੰਨੀ ਜ਼ਿਆਦਾ ਟ੍ਰੇਨਿੰਗ ਦੀ ਸਰਟੀਫਿਕੇਟ ਦੀ ਨਹੀਂ ਲੋੜ ਹੈ। ਸਰਟੀਫਿਕੇਟ ਬੇਸ਼ੱਕ ਨਾ ਲੋੜ ਹੋਵੇ, ਬਟ ਟ੍ਰੇਨਿੰਗ ਬਿਨਾਂ ਕੋਈ ਕੰਮ ਸਕਸੈਸ ਹੋਣਾ ਬਹੁਤ ਮੁਸ਼ਕਿਲ ਹੈ। ਇਹਦੇ ਵਿੱਚ ਇਹ ਹੈ ਕਿ ਅਸੀਂ ਫਾਰਮਰਸ ਨੂੰ ਰਿਕਮੈਂਡ ਕਰ ਦਿੰਦੇ ਹਾਂ, ਲਿਟਰੇਚਰ ਵਗੈਰਾ ਦੇ ਦਿੰਦੇ ਹਾਂ, ਜਾਂ ਜੋ ਵੱਡਾ ਪ੍ਰੋਸੈਸ ਜਿੱਥੇ ਕੰਮ ਚੱਲ ਰਿਹਾ ਉੱਥੇ ਵਿਜ਼ਿਟ ਕਰਵਾ ਦਿੰਦੇ ਹਾਂ। ਸੋ ਇਹ ਈਜ਼ੀਲੀ ਛੋਟੇ ਲੈਵਲ ਤੇ ਫਾਰਮਰ ਸ਼ੁਰੂ ਕਰ ਸਕਦਾ ਹੈ। ਸੋ ਇਹਦੇ ਵਿੱਚ ਵਰਮੀ ਕੰਪੋਸਟ ਯੂਨਿਟ ਤੇ ਸਬਸਿਡੀ ਹੈ, ਵਰਮੀ ਬੈੱਡ ਤੇ ਸਬਸਿਡੀ ਹੈ। ਜਿਹੜਾ ਵਰਮੀ ਕੰਪੋਸਟ ਯੂਨਿਟ ਹੈਗਾ, ਉਹਦੇ ਵਿੱਚ ਇਹਦੀ 40% ਸਬਸਿਡੀ ਹੈ। ਐਂਡ ਇਹ ਜਿਹੜੀ ਸਬਸਿਡੀ ਹੈ ਤਕਰੀਬਨ ਇਸ ਯੂਨਿਟ 'ਚ 1 ਲੱਖ ਖਰਚਾ ਆਉਂਦਾ। ਐਂਡ ਮੈਮ ਇਸ ਦੇ ਵਿੱਚ ਜਿਹੜਾ ਸ਼ੈੱਡ ਹੈ ਜਾਂ ਬੈੱਡ ਵਗੈਰਾ ਬਣਾਉਣੇ ਪੈਂਦੇ ਨੇ, ਉਸ ਦੇ ਲਈ ਵੀ ਗਵਰਨਮੈਂਟ ਕੁਝ ਹੈਲਪ ਕਰਦੀ ਹੈ, ਤੁਹਾਡਾ ਡਿਪਾਰਟਮੈਂਟ ਕੁਝ ਹੈਲਪ ਕਰਦਾ? ਹਾਂਜੀ, ਮੈਂ ਉਹੀ ਦੱਸ ਰਹੀ ਹਾਂ ਕਿ ਜਿਹੜੀ ਇਹ ਪੂਰਾ ਯੂਨਿਟ ਹੈਗਾ, ਇਹਦੇ ਤੇ 1 ਲੱਖ ਖਰਚਾ ਆਉਣਾ ਹੈ ਪਰ ਯੂਨਿਟ। ਐਂਡ 50% ਅਪਰੋਕਸ 40 ਤੋਂ 50% ਵੈਰੀ ਕਰਦਾ ਹੈ, ਉਹ ਸਬਸਿਡੀ ਮਿਲਦੀ ਹੈ। ਐਂਡ ਅਪਰੋਕਸੀਮੇਟਲੀ 40,000 ਜਾਂ 50,000 ਸਬਸਿਡੀ ਮਿਲ ਜਾਂਦੀ ਹੈ ਫਾਰਮਰ ਨੂੰ। ਸੋ ਹਾਂਜੀ, ਸੋ ਇਹਦੇ ਵਿੱਚ ਜਿਹੜਾ ਬੈੱਡ ਦਾ ਸਾਈਜ਼ ਹੈ 30 ਬਾਈ 8 ਬਾਈ 2.5 ਦਾ ਹੁੰਦਾ ਹੈ। ਤੇ ਮਤਲਬ ਸੀਮੈਂਟ ਹੋਣਾ ਚਾਹੀਦਾ, ਸੀਮੈਂਟਡ ਜਿਹੜੇ ਬਲੌਕਸ ਬਣੇ ਹੋਣੇ ਚਾਹੀਦੇ ਆ, ਸ਼ੈੱਡ ਹੋਣਾ ਚਾਹੀਦਾ ਉੱਪਰ। ਤੇ ਇਹ ਸ਼ੈੱਡ ਵਗੈਰਾ ਵਾਸਤੇ ਵੀ ਕੋਈ ਸਬਸਿਡੀ ਮਿਲਦੀ ਹੈ? ਪੂਰੇ ਯੂਨਿਟ ਦਾ ਜਿਹੜਾ ਖਰਚਾ ਹੈ ਉਹਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 1 ਲੱਖ ਹੈ, ਤੇ ਉਹ ਪੂਰੇ ਯੂਨਿਟ ਦੀ ਹੀ 50% ਆਪਾਂ ਨੂੰ ਸਬਸਿਡੀ ਇਹਦੇ ਮਿਲਦੀ ਵਾਸਤੇ ਕਿੰਨੀ ਜ਼ਮੀਨ ਚਾਹੀਦੀ, ਜਗ੍ਹਾ ਕਿੰਨੀ ਬਸ ਚਾਹੀਦੀ? 30 ਬਾਈ 8 ਬਾਈ 2.5 ਦੀ ਜਗ੍ਹਾ ਤੇ ਇਹ ਬਣ ਜਾਂਦਾ। 30 ਬਾਈ 8 ਚਾਹੀਦਾ ਸ਼ੈੱਡ ਜਿਹੜਾ ਹੈ। ਹਾਂਜੀ, 30 ਬਾਈ 8 ਬਾਈ 2.5 ਚੌੜਾਈ ਉਹ ਲੈਂਥ। ਤਾਂ ਬੈਡਲੀ ਉਚਾਈ ਹੋਗੀ ਨਾ ਮੈਮ? ਹਾਂਜੀ ਹਾਂਜੀ, ਜਿਹੜੀ ਸ਼ੈੱਡ ਦੀ ਗੱਲ ਕਰ ਰਹੇ ਆ, ਜ਼ਮੀਨ ਦੀ ਗੱਲ ਕਰ ਰਹੇ ਆ, ਗਰਾਊਂਡ ਦੀ, ਬਸ ਉਹ 30 ਬਾਈ 8 ਚਾਹੀਦੀ ਹੈ। ਜਿਹੜੇ ਰਿਕਮੈਂਡਡ ਏਰੀਆ ਹੈਗਾ ਉਹ 30 ਬਾਈ 8 30 ਹੈ। ਜੇ ਇਸ ਤੋਂ ਘੱਟ ਹੈ ਤਾਂ ਮਤਲਬ ਉਹਦੇ ਉਸ ਦੀ ਲਈ ਸਬਸਿਡੀ ਮਿਲਦੀ ਹੈ? ਨਹੀਂ, ਜੇ ਇਸ ਤੋਂ ਜ਼ਿਆਦਾ ਤਾਂ ਉਹ ਆਪਾਂ ਕੰਸੀਡਰ ਕਰ ਸਕਦੇ ਹਾਂ ਕਿ 30 ਬਾਈ 8 ਵਾਲੇ ਤੇ ਲੈ ਲਓ। ਬਟ ਇਹ ਹੈ ਕਿ ਰਿਕਮੈਂਡਡ ਜਿਹੜੀ ਹੈਗੀ ਹੈ 30 ਬਾਈ 8 30 ਬਾਈ 8 ਅਗਰ ਇਸ ਤੋਂ ਵੱਡਾ ਕੋਈ ਕਰਨਾ ਚਾਹੁੰਦਾ ਤਾਂ ਉਸ ਦੇ ਉੱਤੇ ਸਬਸਿਡੀ ਨਹੀਂ ਹੈ? ਹਾਂਜੀ, ਇੱਕ ਛੋਟਾ ਯੂਨਿਟ ਹੈਗਾ ਜੀ, ਬੇਸਿਕ ਸਟਾਰਟ ਕਰਨ ਵਾਸਤੇ ਬਸ ਇਹ ਬੇਸਿਕ ਹੀ ਹੈ, ਇਹ ਬਿਲਕੁਲ ਛੋਟਾ ਯੂਨਿਟ ਹੈ। ਸੋ ਜੇ ਵਰਮੀ ਬੈੱਡ ਹੈ ਜਿਹੜਾ, ਉਹ ਬਿਲਕੁਲ ਥੋੜੇ ਏਰੀਏ ਲਈ ਹੈ। ਉਹ ਇੱਕ ਪਲਾਸਟਿਕ ਸ਼ੀਟਸ ਤੇ ਬੈਗਸ ਮਿਲਦੇ ਨੇ, ਉਹਦੇ 'ਚ ਆਪਾਂ ਕੰਪੋਸਟ ਗੰਡੋਇਆਂ ਦਾ ਬਣਾ ਸਕਦੇ ਹਾਂ। ਉਹ ਬਿਲਕੁਲ ਛੋਟਾ ਹੈ, 16,000 ਯੂਨਿਟ ਦਾ ਖਰਚਾ ਉਹਦੇ 'ਤੇ ਪਰ ਬੈਗ ਦਾ। ਸੋ ਉਹਦੇ 'ਤੇ ਵੀ 50% ਸਬਸਿਡੀ ਮਿਲ ਜਾਂਦੀ ਹੈ, ਲਗਭਗ 8,000 ਜਿਹੜਾ ਫਾਰਮਰ ਨੂੰ ਸਬਸਿਡੀ ਮਿਲ ਜਾਂਦੀ ਹੈ। ਤੇ ਇਹਦੇ ਵਾਸਤੇ ਜਿਹੜੇ ਗੰਡੋਏ ਨੇ, ਵਰਮੀ, ਇਹ ਕਿੱਥੋਂ ਉਪਲਬਧ ਹੁੰਦੇ ਨੇ? ਤੁਸੀਂ ਉਪਲਬਧ ਕਰਾਉਂਦੇ ਹੋ ਜਾਂ ਕਿ ਇਹ ਇਹਨਾਂ ਨੂੰ ਮਾਰਕੀਟ 'ਚ ਈਜ਼ੀਲੀ ਅਵੇਲੇਬਲ ਹੋ ਜਾਂਦੇ ਆ। ਖਾਦ ਤਾਂ ਜਿਵੇਂ ਫਾਰਮਰ ਜਿਹੜੇ ਜੀ ਗੱਲ ਕਰੀਏ ਆਪਾਂ ਤੁਹਾਡੇ ਡਿਪਾਰਟਮੈਂਟ ਵੱਲੋਂ, ਬਾਗਬਾਨੀ ਵੱਲੋਂ ਵੀ ਕੋਈ ਦਿੱਤੇ ਜਾਂਦੇ ਨੇ? ਨਹੀਂ ਜੀ, ਇਹ ਮਾਰਕੀਟ 'ਚ ਅਵੇਲੇਬਲ ਹੁੰਦੇ ਆ। ਮੈਮ ਜਿਵੇਂ ਕਿ ਬਾਗਬਾਨੀ ਦੀਆਂ ਸਕੀਮਾਂ ਆਉਂਦੀਆਂ ਰਹਿੰਦੀਆਂ ਨੇ, ਜੋ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਮਸ਼ਰੂਮ ਇੱਕ ਬਹੁਤ ਲਾਹੇਵੰਦ ਚੀਜ਼ ਹੈ, ਜੋ ਸਰੀਰਕ ਤੌਰ ਤੇ ਖਾਣ ਲਈ ਵੀ, ਸਿਹਤ ਲਈ ਵੀ ਅੱਛੀ ਹੈ। ਤੇ ਮੈਂ ਕਹਿੰਦਾ ਉਸ ਤੋਂ ਕਿਸਾਨ ਨੂੰ ਵਧੀਆ ਫਾਇਦਾ ਹੋ ਸਕਦਾ ਹੈ, ਔਰ ਬਹੁਤ ਜ਼ਿਆਦਾ ਨਹੀਂ, ਛੋਟੀ ਜਿਹੀ ਪੂੰਜੀ ਦੇ ਨਾਲ ਉਹ ਸਟਾਰਟ ਕਰ ਸਕਦਾ ਹੈ। ਇਹਦੇ ਵਾਸਤੇ ਵੀ ਕੋਈ ਸਬਸਿਡੀ ਜਾਂ ਕੋਈ ਸਕੀਮ ਚੱਲ ਰਹੀ ਹੈ ਜੀ? ਹਾਂਜੀ ਬਿਲਕੁਲ, ਜਿਹੜੀ ਖੁੰਬਾਂ ਦੀ ਖੇਤੀ ਹੈ, ਇਹਦੇ ਵਿੱਚ ਖੁੰਬ ਪੈਦਾਵਾਰ ਦਾ ਇੱਕ ਯੂਨਿਟ ਹੈਗਾ ਵੱਡਾ, 20 ਲੱਖ ਦਾ ਯੂਨਿਟ ਹੈ ਪਰ ਯੂਨਿਟ ਜਿਹੜੀ ਕੋਸਟ ਹੈਗੀ ਹੈ। ਇਹਦੇ ਤੇ ਅਪਰੋਕਸੀਮੇਟਲੀ 40% ਸਬਸਿਡੀ ਮਿਲ ਜਾਂਦੀ ਹੈ ਫਾਰਮਰ ਨੂੰ। ਮੈਮ ਜੇ ਕੋਈ ਕਿਸਾਨ ਥੋੜੀ ਪੂੰਜੀ ਦੇ ਨਾਲ ਛੋਟਾ ਪ੍ਰੋਜੈਕਟ ਲਗਾਉਣਾ ਚਾਹੇ, ਉਹਦੇ ਤੇ ਸਬਸਿਡੀ ਹੈ ਤੇ ਉਹਦੇ 'ਚ ਕੀ? ਨਹੀਂ, ਉਹ ਐਕਚੁਅਲੀ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਅੰਡਰ ਇਹ ਵੱਡੇ ਯੂਨਿਟ ਹੀ ਨੇ ਜਿਨ੍ਹਾਂ ਤੇ ਸਬਸਿਡੀ ਦਿੱਤੀ ਜਾਂਦੀ ਹੈ। ਜੇ ਕੋਈ ਛੋਟੇ ਲੈਵਲ ਤੇ ਕਰਨਾ ਚਾਹੁੰਦਾ ਹੈ ਤਾਂ ਉਹ RKVY ਸਕੀਮ ਹੁੰਦੀ ਹੈ। ਸੋ ਉਹਦੀ ਇਹ ਹੈ ਕਿ ਉਹ ਟਾਈਮ ਟੂ ਟਾਈਮ ਸਾਨੂੰ ਅਪਡੇਟ ਮਿਲਦੀ ਹੈ ਕਿ ਉਹ ਆਏਗੀ ਇਸ ਵਾਰ ਜਾਂ ਉੱਤੇ ਸਬਸਿਡੀ ਹੋਊਗੀ ਕਿ ਨਹੀਂ। ਇਹ ਮਤਲਬ ਪੂਰਾ ਸਾਲ ਕੋਈ ਚੱਲ ਰਹੀ ਹੈ ਸਕੀਮ ਜੀ? ਨਹੀਂ ਜੀ, ਨਹੀਂ। ਇਸ ਸਮੇਂ ਕੋਈ ਸਕੀਮ ਹਾਂਜੀ, ਇਹ ਸੀਜ਼ਨਲੀ ਆਏਗੀ। ਵਿੱਚ ਕਿਹੜੀ ਮਸ਼ਰੂਮ ਨੂੰ ਰੈਫਰ ਕਰਦੇ ਹੋ ਤੁਸੀਂ ਜਿਸ ਦੇ ਉੱਤੇ ਸਬਸਿਡੀ ਮਿਲਦੀ ਹੈ, ਜਾਂ ਕੋਈ ਵੀ ਮਸ਼ਰੂਮ ਜਾਂ ਖਾਲੀ ਬਟਨ ਮਸ਼ਰੂਮ ਦੇ ਕਿਵੇਂ? ਵੈਸੇ ਇਹ 'ਚ ਖੁੰਬ ਪੈਦਾਵਾਰ ਯੂਨਿਟ ਦੇ ਵਿੱਚ ਜਿਹੜੇ ਫਾਰਮਰ ਨੇ ਰਿਕਮੈਂਡਡ ਹੈਗਾ ਕਿ ਬਟਨ ਮਸ਼ਰੂਮ ਜ਼ਿਆਦਾ ਫੋਲੋ ਕਰਦੇ ਆ, ਕਈ ਵਿੱਚ ਢਿੰਗਰੀ ਵੀ ਕਰ ਲੈਂਦੇ ਆ। ਬਟ ਜਿਹੜਾ ਬਟਨ ਮਸ਼ਰੂਮ ਹੈ ਮਾਰਕੀਟ ਦੇ ਵਿੱਚ ਉਹਦੀ ਡਿਮਾਂਡ ਜ਼ਿਆਦਾ ਹੈਗੀ ਹੈ। ਢਿੰਗਰੀ ਬਾਰੇ ਹਜੇ ਇੰਨੀ ਅਵੇਅਰਨੈਸ ਨਹੀਂ ਹੈ, ਬਟ ਢਿੰਗਰੀ ਵੀ ਬਹੁਤ ਹੀ ਜ਼ਿਆਦਾ ਨਿਊਟ੍ਰੀਸ਼ੀਅਸ ਹੈਗੀ ਹੈ।
ਉਹਦੇ ਲਈ ਆਪਾਂ ਨੂੰ ਇੰਨਾ ਜ਼ਿਆਦਾ ਸਿੰਥੈਟਿਕ ਖਾਦਾਂ ਦਾ ਯੂਜ਼ ਨਹੀਂ ਕਰਨੇ ਪੈਂਦਾ, ਬਟ ਕੰਪੈਰੀਟਿਵਲੀ ਜੇ ਤੁਸੀਂ ਵੱਡਾ ਯੂਨਿਟ ਲਾ ਰਹੇ ਹੋ ਤਾਂ ਜਿਹੜਾ ਪ੍ਰੋਡਿਊਸਰ ਹੈਗਾ ਉਹ ਖੁੰਬ ਜਿਹੜੀ ਹੈ ਬਟਨ ਖੁੰਬ ਨੂੰ ਹੀ ਪ੍ਰੈਫਰ। ਹਾਂਜੀ, ਸੋ ਇੱਕ ਤਾਂ ਇਹ ਪੈਦਾਵਾਰ ਯੂਨਿਟ ਹੈ ਜਿਹਦੇ ਤੇ 40% ਸਬਸਿਡੀ ਹੈ। ਨਾਲ ਹੀ ਜੇ ਉਹ ਸਪੌਨ ਮੇਕਿੰਗ ਦਾ ਕੰਮ ਕਰਨਾ ਚਾਹੁੰਦਾ, ਸਪੌਨ ਮੀਨਸ ਕਿ ਸੀਡ ਮੇਕਿੰਗ ਲਈ ਜੇ ਉਹ ਯੂਨਿਟ ਖੋਲ੍ਹਣਾ ਚਾਹੁੰਦਾ ਉਹਦੇ ਲਈ ਵੀ 40% ਸਬਸਿਡੀ ਅਵੇਲੇਬਲ। ਉਹ ਅਲੱਗ ਤੋਂ ਖੋਲ ਸਕਦਾ ਹੈ, ਉਸਦੇ ਨਾਲ ਹੀ ਨਾਲ ਅਟੈਚ ਹੋ ਸਕਦਾ ਹੈ, ਉਹਦੇ ਤੇ ਅੱਡ ਸਬਸਿਡੀ ਮਿਲੂਗੀ। ਜੇ ਇਕੱਲਾ ਹੀ ਸਪੌਨ ਮੇਕਿੰਗ ਦਾ ਯੂਨਿਟ ਕੰਪੋਸਟ ਵਿਦ ਕੰਪੋਸਟ ਕਰਨਾ ਤਾਂ ਉਹਦੇ ਅੱਡ ਸਬਸਿਡੀ ਹੋਊਗੀ। ਥੈਂਕ ਯੂ ਮੈਡਮ, ਤੁਸੀਂ ਬਹੁਤ ਸਾਰਾ ਕੀਮਤੀ ਸਮਾਂ ਆਪਣਾ ਦਿੱਤਾ ਤੇ ਸਾਡੇ ਚੈਨਲ ਦੇ ਦਰਸ਼ਕਾਂ ਨੂੰ, ਕਿਸਾਨਾਂ ਨੂੰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ। ਮੈਂ ਕਹਿਣਾ ਕਿ ਇਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਅੱਜ ਜੋ ਦੇਖ ਰਹੇ ਨੇ ਉਸ ਤੋਂ ਬਾਅਦ ਟਾਈਮ ਟੂ ਟਾਈਮ ਦੇਖਦੇ ਰਹਿਣਗੇ, ਜਿਵੇਂ ਕਿਉਂਕਿ ਇਸ ਸਾਡੇ ਚੈਨਲ ਤੇ ਜੋ ਚੜ ਗਿਆ ਉਹ ਲਾਈਫ ਟਾਈਮ ਹੈ। ਸੋ ਉਹ ਬਹੁਤ ਸਾਰੇ ਲੋਕਾਂ ਨੂੰ ਇਸ ਤੋਂ ਫਾਇਦਾ ਹੋਏਗਾ। ਸੋ ਇਹ ਜੇ ਕੰਮ ਕਰਨਾ ਹੈ ਤਾਂ ਇਸ ਦੇ ਵਾਸਤੇ ਸੰਪਰਕ ਕਿਸ ਨੂੰ ਕੀਤਾ ਜਾਵੇ, ਬਸ ਇੰਨੀ ਕੁ ਜਾਣਕਾਰੀ ਹੋਰ ਦੇ ਦਿਓ ਤਾਂ ਜੋ ਸਾਡੇ ਕਿਸਾਨ ਪੂਰਾ ਫਾਇਦਾ ਲੈ ਸਕਣ। ਸੋ ਜੇ ਸਬਸਿਡੀ ਲਈ ਅਪਲਾਈ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਲਈ ਤਾਂ ਫਸਟ ਆਫ ਆਲ ਤਾਂ ਉਹ ਬਲਾਕ ਦਾ ਜਿਹੜਾ ਆਫਿਸਰ ਹੈਗਾ, ਡੀਲਿੰਗ ਆਫਿਸਰ, ਉਹਦੇ ਨਾਲ ਕੰਟੈਕਟ ਕਰ ਸਕਦਾ। ਤਾਂ ਨਹੀਂ, ਜਿਵੇਂ ਹੁਣ ਸਰਹੰਦ ਬਲਾਕ ਦੇ ਵਿੱਚ ਇੰਚਾਰਜ ਮੈਂ ਹੈਗੀ ਹਾਂ ਰਮਨਦੀਪ ਕੌਰ, ਸੋ ਉਵੇਂ ਖੇੜਾ ਬਲਾਕ ਹੋ ਗਿਆ, ਬਸੀ ਪਠਾਣਾ, ਇਹਨਾਂ ਦੇ ਅੱਡ ਆਫਿਸਰ। ਫਤਿਹਗੜ੍ਹ ਜ਼ਿਲ੍ਹੇ ਦੇ ਫਤਿਹਗੜ੍ਹ ਦੇ ਏਰੀਏ ਦੇ ਫਤਿਹਗੜ੍ਹ ਬਲਾਕ ਦੇ ਲੋਕਾਂ ਨੇ ਸੰਪਰਕ ਕਰਨਾ ਹੋਵੇ ਤਾਂ ਤੁਹਾਨੂੰ ਸੰਪਰਕ ਕਰ ਸਕਦੇ। ਹਾਂਜੀ, ਬਲਾਕ ਵਾਈਜ਼ ਆਫਿਸਰ ਹੈਗੇ ਨੇ, ਅੱਡ ਉਹਨਾਂ ਦੇ ਆਫਿਸ ਨੇ, ਤਾਂ ਉਹਨਾਂ ਨੂੰ ਮਤਲਬ ਮਿਲ ਸਕਦੇ ਨੇ। ਇੱਥੇ ਤੁਸੀਂ ਜੋ ਬੈਠਦੇ ਹੋ ਉਹਦੇ ਬਾਰੇ ਮੈਂ ਦੱਸ ਦਿੰਦਾ। ਉਹ ਅਪਲਾਈ ਕਰਨਾ ਚਾਹੁੰਦੇ ਨੇ, ਮਤਲਬ ਨਹੀਂ ਉਹਨਾਂ ਨੂੰ ਪਤਾ ਹੈਗਾ, ਇੰਨੀ ਅਵੇਅਰਨੈਸ ਨਹੀਂ ਹੈ, ਤਾਂ ਉਹ ਆਮ ਖਾਸ ਬਾਗ ਆਫਿਸ ਹੈ ਜਿਹੜਾ ਆਪਣਾ, ਉੱਥੇ ਮਿਲ ਸਕਦੇ। ਸੋ ਮੈਂ ਉਹੀ ਕਹਿਣ ਜਾ ਰਿਹਾ ਸੀਗਾ ਕਿ ਜੇ ਮੈਡਮ ਨੂੰ ਮਿਲਣਾ ਹੁੰਦਾ ਹੈ ਤਾਂ ਤੁਸੀਂ ਆਮ ਖਾਸ ਬਾਗ ਦੇ ਵਿੱਚ ਬਾਗਬਾਨੀ ਦਾ ਦਫ਼ਤਰ ਹੈਗਾ, ਉੱਥੇ ਆ ਕੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਸੋ ਬਹੁਤ ਧੰਨਵਾਦ ਰਮਨ ਜੀ, ਤੁਹਾਡਾ ਇੱਕ ਵਾਰ ਫਿਰ ਧੰਨਵਾਦ ਹੈ। ਸੋ ਇਸੇ ਤਰੀਕੇ ਦੀਆਂ ਜਾਣਕਾਰੀਆਂ ਦੇ ਲਈ ਅਸੀਂ ਨਵੀਆਂ ਵੀਡੀਓ ਲੈ ਕੇ ਆਉਂਦੇ ਹਾਂ ਜਿਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇ ਤੇ ਗਵਰਨਮੈਂਟ ਦੀਆਂ ਸਕੀਮਾਂ, ਤੁਹਾਡੀਆਂ ਸਕੀਮਾਂ ਅਸੀਂ ਆਮ ਪਬਲਿਕ ਦੇ ਵਿੱਚ, ਆਮ ਲੋਕਾਂ ਦੇ ਵਿੱਚ ਪਹੁੰਚਾ ਸਕੀਏ। ਸੋ ਬਹੁਤ ਧੰਨਵਾਦ ਤੇ ਫਿਰ ਇੱਕ ਵਾਰੀ ਤੁਹਾਨੂੰ ਫਿਰ ਨੈਕਸਟ ਟਾਈਮ ਜਦੋਂ ਵੀ ਟਾਈਮ ਮਿਲਦਾ ਤੁਹਾਡੇ ਕੋਲ ਸਮਾਂ ਲੈ ਕੇ ਅਸੀਂ ਹੋਰ ਜਾਣਕਾਰੀਆਂ ਇਕੱਤਰਿਤ ਕਰਾਂਗੇ, ਕਿਉਂਕਿ ਤੁਹਾਡਾ ਡਿਪਾਰਟਮੈਂਟ ਬਹੁਤ ਵੱਡਾ, ਲੰਬਾ ਚੌੜਾ, ਵਿਸ਼ਾਲਕਾਏ ਹੈ। ਸੋ ਅੱਜ ਦੀਆਂ ਇਹ ਜਾਣਕਾਰੀਆਂ, ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤਾਂ ਇਸ ਵਾਸਤੇ ਅੱਜ ਦੀਆਂ 2-3 ਜਾਣਕਾਰੀਆਂ ਤੁਹਾਡੀਆਂ ਬਹੁਤ ਲਾਹੇਵੰਦ ਹੋਣਗੀਆਂ ਕਿਸਾਨਾਂ ਨੂੰ, ਤੇ ਕਿਸਾਨ ਵੀਰ ਜੋ ਵੀ ਦੇਖਣ ਤੇ ਉਹ ਅਗਰ ਇਹਨਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ, ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਮੈਡਮ ਰਮਨਦੀਪ ਜੀ ਜੋ ਇੱਥੇ ਬਲਾਕ ਦੇ ਇੰਚਾਰਜ ਨੇ, ਇਹਨਾਂ ਨੂੰ ਬਾਗਬਾਨੀ ਡਿਪਾਰਟਮੈਂਟ ਆਮ ਖਾਸ ਬਾਗ ਸਰਹੰਦ ਵਿੱਚ ਆ ਕੇ ਮਿਲ ਸਕਦੇ ਨੇ। ਧੰਨਵਾਦ ਜੀ, ਧੰਨਵਾਦ ਮੈਮ।